ਐਂਬੂਲੈਂਸ ਫੇਰ ਆ ਗਈ। ਵੀਰੋ, ਤੁਹਾਡੇ ਪਿੰਡ ਦੇ 2 ਮੁੰਡੇ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਇਸ ਲਈ ਤੁਹਾਡੇ ਸਾਰਿਆਂ ਦੇ ਟੈਸਟ ਹੋਣਗੇ ਤਾਂ ਜੋ ਹੋਰ ਮਰੀਜ਼ਾਂ ਦਾ ਪਤਾ ਲਗਾਇਆ ਜਾ ਸਕੇ। ਇਸ ਲਈ ਤੁਹਾਡੇ ਸਹਿਯੋਗ ਦੀ ਲੋੜ ਆ ਸਾਨੂੰ। ਨਾਲੇ ਇਦਾਂ ਭੀੜ ਨਾ ਪਾਓ ਤੇ ਥੋੜਾ ਜਿਹਾ ਡਿਸਟੈਂਸ ਬਣਾ ਕੇ ਰੱਖੋ। ਆਪਣੇ ਮੂੰਹ ਨੂੰ ਮਾਸਕ ਦੇ ਨਾਲ ਕਵਰ ਕਰੋ। ਜਿਹਦੇ ਕੋਲ ਮਾਸਕ ਨਹੀਂ ਆ ਉਹ ਕਿਸੇ ਵੀ ਕੱਪੜੇ ਜਾਂ ਰੁਮਾਲ ਦੇ ਨਾਲ ਆਪਣੇ ਮੂੰਹ ਨੂੰ ਢੱਕ ਸਕਦਾ। ਅਸੀਂ ਨਹੀਂ ਕਰਾਉਣਾ ਕੋਈ ਟੈਸਟ ਟੁਸਟ, ਸਾਨੂੰ ਸਭ ਪਤਾ ਤੁਸੀਂ ਹਸਪਤਾਲ ਜਾ ਕੇ ਕੀ ਕਰਦੇ ਹੋ। ਅਸੀਂ ਤਾਂ ਇਹ ਵੀ ਸੁਣਿਆ ਕਿ ਤੁਸੀਂ ਉੱਥੇ ਜਿਉਂਦੇ ਇਨਸਾਨਾਂ ਦੇ ਅੰਗ ਕੱਢ ਕੇ ਵੇਚਦੇ ਹੋ। ਨਹੀਂ ਵੀਰੋ, ਐਦਾਂ ਦਾ ਕੁਝ ਨਹੀਂ ਆ। ਅਸੀਂ ਤਾਂ ਖੁਦ ਚਾਹੁੰਦੇ ਆ ਕਿ ਤੁਸੀਂ ਹਸਪਤਾਲ ਨਾ ਜਾਓ। ਇਸੇ ਲਈ ਤਾਂ ਨਿਯਮਾਂ ਦਾ ਪਾਲਣ ਕਰਨ ਨੂੰ ਕਹਿੰਦੇ ਆ। ਹਸਪਤਾਲ ਤਾਂ ਉਸ ਬੰਦੇ ਨੂੰ ਲਿਜਾਇਆ ਜਾਂਦਾ ਜਿਸ ਵਿੱਚ ਇਹ ਬਿਮਾਰੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਜਿੱਥੋਂ ਤੱਕ ਕਰੋਨਾ ਮਰੀਜ਼ਾਂ ਦੇ ਅੰਗਾਂ ਦੀ ਗੱਲ ਹੈ, ਉਹ ਅੰਗ ਕਿਸੇ ਕੰਮ ਨਹੀਂ ਆਉਂਦੇ ਤੇ ਕਰੋਨਾ ਮਰੀਜ਼ਾਂ ਦਾ ਤੇ ਪੋਸਟਮਾਰਟਮ ਵੀ ਨਹੀਂ ਹੁੰਦਾ। ਡਾਕਟਰ ਸਾਹਿਬਾ, ਆਹ 15 ਦਿਨ ਹੋ ਗਿਆ ਸਾਡੇ ਪਿੰਡ ਦੇ 2 ਮੁੰਡੇ ਚੁੱਕ ਕੇ ਖੜੇ ਆ। ਨਾ ਉਹਨਾਂ ਦਾ ਕੋਈ ਪਤਾ, ਨਾ ਕੋਈ ਥੋ ਤੇ ਨਾ ਹੀ ਉਹਨਾਂ ਨੂੰ ਮਿਲਣ ਦਿੰਦੇ ਆ। ਇਸ ਕਰਕੇ ਸਿੱਧੀ ਗੱਲ ਹੈ, ਨਾ ਤਾਂ ਕੋਈ ਟੈਸਟ ਕਰਾਏਗਾ ਤੇ ਨਾ ਕੋਈ ਇੱਥੋਂ ਜਾਊਗਾ। ਭਰਾਵੋ, ਹਸਪਤਾਲ 'ਚ 24 ਘੰਟੇ ਡਾਕਟਰ ਜਿਹੜੇ ਕਰੋਨਾ ਦੇ ਮਰੀਜ਼ ਜਾਂਦੇ ਆ ਉਹਨਾਂ ਦਾ ਧਿਆਨ ਰੱਖਦੇ ਆ, ਉਹਨਾਂ ਦੇ ਦੇਖਭਾਲ ਕਰਦੇ ਆ। ਇੱਕ ਦਿਨ ਦੇ ਵਿੱਚ 3 ਵਾਰੀ ਉਹਨਾਂ ਦੇ ਵਾਈਟਲ ਚੈੱਕ ਕੀਤੇ ਜਾਂਦੇ, ਜਿਵੇਂ ਕਿ ਉਹਨਾਂ ਦੀ ਡਾਇਬੀਟੀਜ਼ ਆ, ਜੇ ਕਿਸੇ ਨੂੰ ਡਾਇਬੀਟਿਕ ਆ ਉਹਨਾਂ ਦੇ ਆਕਸੀਮੀਟਰ ਦੇ ਨਾਲ ਉਹਨਾਂ ਦੀ ਆਕਸੀਜਨ ਕਨਸੈਂਟਰੇਸ਼ਨ ਚੈੱਕ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇ ਉਹਨਾਂ ਨੂੰ ਕੋਈ ਹੋਰ ਵੀ ਬਿਮਾਰੀ ਹੈ ਤੇ ਉਹਨੂੰ ਵੀ ਉੱਥੇ ਚੈੱਕ ਕੀਤਾ ਜਾਂਦਾ। ਉਹਨੂੰ ਚੈੱਕ ਕਰਨ ਦਾ ਪਰਪਸ ਇਹ ਹੁੰਦਾ ਕਿ ਜੇਕਰ ਉਹਨਾਂ ਦੀ ਸਿਹਤ ਦੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਗਿਰਾਵਟ ਆ ਰਹੀ ਹੈ ਤੇ ਉਹਨੂੰ ਇਮੀਡੀਏਟਲੀ ਉੱਚੇ ਡਾਕਟਰ ਨੂੰ ਵਿਖਾ ਕੇ ਤੇ ਨਾਲ ਉਹਨਾਂ ਜੇ ਆਕਸੀਜਨ ਦੀ ਲੋੜ ਹੈ ਤੇ ਉਹ ਆਕਸੀਜਨ ਉਹਨਾਂ ਨੂੰ ਲਾਈ ਜਾ ਸਕੇ। ਇਹਦੇ ਨਾਲ ਨਾਲ ਹੀ ਜੇਕਰ ਉਹਨਾਂ ਨੂੰ ਕੋਈ ਹੋਰ ਵੀ ਪ੍ਰੋਬਲਮ ਆਉਂਦੀ ਹੈ ਤੇ ਉਹ ਚੈੱਕ ਕੀਤੀ ਜਾ ਸਕੇ। ਇਸ ਤੋਂ ਇਲਾਵਾ ਉਹਨਾਂ ਦਾ ਹਸਪਤਾਲ 'ਚ ਪ੍ਰੋਪਰਲੀ ਧਿਆਨ ਰੱਖਿਆ ਜਾਂਦਾ, ਉਹਨਾਂ ਨੂੰ ਸਮੇਂ ਸਿਰ ਖਾਣਾ ਦਿੱਤਾ ਜਾਂਦਾ ਵਾ, ਉਹਨਾਂ ਨੂੰ ਜੇ ਕੋਈ ਹੋਰ ਵੀ ਚੀਜ਼ ਚਾਹੀਦੀ ਆ ਉਹ ਦਿੱਤੀ ਜਾਂਦੀ ਹੈ, ਉਹਨਾਂ ਦੀ ਕੋਈ ਵੀ ਜ਼ਰੂਰਤ ਹੁੰਦੀ ਉੱਥੇ ਪੂਰੀ ਕੀਤੀ ਜਾਂਦੀ ਹੈ। ਡਾਕਟਰ ਹਰ ਸਮੇਂ ਉੱਥੇ ਅਵੇਲੇਬਲ ਹੁੰਦੇ ਆ ਜਿਹੜੇ ਕਿ ਉਹਨਾਂ ਦੀ ਸਿਹਤ ਦਾ ਧਿਆਨ ਰੱਖਦੇ ਆ। ਇਸ ਤੋਂ ਇਲਾਵਾ ਜੇ ਤੁਹਾਨੂੰ ਨਾ ਮਿਲਣ ਦੇਣ ਦਾ ਕਾਰਨ ਇਹ ਵੀ ਹੁੰਦਾ ਕਿ ਕਿਉਂਕਿ ਉਹ ਕਰੋਨਾ ਪੋਜ਼ਿਟਿਵ ਹੁੰਦੇ ਆ, ਸੋ ਤੁਹਾਡੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਤੁਹਾਡੇ ਤੋਂ ਵੱਖਰਾ ਰੱਖਿਆ ਜਾਂਦਾ ਤਾਂ ਜੋ ਜਦੋਂ ਉਹ ਠੀਕ ਹੋ ਜਾਣ ਤੇ ਉਹਨਾਂ ਨੂੰ ਠੀਕ ਕਰਕੇ ਉਹਨਾਂ ਨੂੰ ਪੂਰਾ ਸਿਹਤਯਾਬ ਕਰਕੇ ਤੁਹਾਡੇ ਤੱਕ ਮੁੜ ਪਹੁੰਚਾਇਆ ਜਾ ਸਕੇ। ਇਹ ਜਿਹੜਾ ਕੁੱਲ ਪੀਰੀਅਡ ਹੁੰਦਾ ਵਾ ਇਹ 14 ਦਿਨ ਦਾ ਹੁੰਦਾ ਸੀ, ਹੁਣ ਉਹਨੂੰ 10 ਦਿਨ ਦਾ ਕਰ ਦਿੱਤਾ ਗਿਆ। 10 ਦਿਨ ਉਹਨਾਂ ਨੇ ਹਸਪਤਾਲ ਰਹਿਣਾ, 7 ਦਿਨ ਉਹਨਾਂ ਨੇ ਤੁਹਾਡੇ ਕੋਲ ਰਹਿਣਾ। ਸੋ ਜਿਹੜਾ ਮਕਸਦ ਹੈ ਉਹ ਸਿਰਫ ਇਹ ਹੈ ਕਿ ਜਿਹੜਾ ਮਰੀਜ਼ ਸਾਡੇ ਕੋਲ ਗਿਆ ਉਹਨੂੰ ਸਿਹਤਯਾਬ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਤੇ ਤੁਹਾਨੂੰ ਵੀ ਉਸ ਬਿਮਾਰੀ ਤੋਂ ਬਚਾਉਣਾ। ਇਹੋ ਮਕਸਦ ਆ ਉਹਨਾਂ ਨੂੰ ਹਸਪਤਾਲ 'ਚ ਰੱਖਣ ਦਾ। ਅਸੀਂ ਕਿਤੇ ਵੀ ਉਹ ਜਿਹੜੇ ਮਰੀਜ਼ ਕਰੋਨਾ ਦੇ ਪੋਜ਼ਿਟਿਵ ਹੋ ਕੇ ਜਾਂਦੇ ਆ ਉਹਨਾਂ ਨੂੰ ਕਿਤੇ ਲੁਕਾਇਆ ਨਹੀਂ ਹੈ। ਤੁਸੀਂ ਉਹਨਾਂ ਨੂੰ ਫੋਨ ਕਰਕੇ ਉਹਨਾਂ ਦਾ ਹਾਲ ਕਿਸੇ ਵੀ ਸਮੇਂ ਪੁੱਛ ਸਕਦੇ ਜੋ। ਇਸ ਤੋਂ ਇਲਾਵਾ ਇੱਕ ਕੰਟਰੋਲ ਰੂਮ ਬਣਿਆ ਵਾ ਜਿਹੜਾ DC ਦਫ਼ਤਰ 'ਚ ਬਣਿਆ ਹੁੰਦਾ, ਜਿਹੜਾ ਉਹਨਾਂ ਮਰੀਜ਼ਾਂ ਦਾ ਬਾਰ-ਬਾਰ ਫੋਨ ਕਰਕੇ ਉਹਨਾਂ ਦਾ ਹਾਲ ਤੇ ਉਹਨਾਂ ਦੀ ਸਿਹਤ ਬਾਰੇ ਪਤਾ ਕਰਦਾ ਰਹਿੰਦਾ ਹੈ। ਡਾਕਟਰ ਸਾਹਿਬ, ਤੁਸੀਂ ਇੱਥੋਂ ਜਾਓ, ਹੁਣ ਅਸੀਂ ਨਹੀਂ ਕਰਾਉਣਾ ਕੋਈ ਟੈਸਟ, ਦੇਖੀ ਜਾਊ ਜੋ ਹੋਊਗੀ। ਹੁਣ ਡਾਕਟਰ ਸਾਹਿਬ, ਹੁਣ ਜਾਣਾ ਕਿ ਛੱਡ ਕੇ ਆਈਏ? ਕੋਈ ਨਹੀਂ ਪੁੱਤ, ਘਬਰਾ ਨਾ। ਹਾਲੇ ਫੜ ਦਵਾਈ। ਡਾਕਟਰ ਕਹਿੰਦਾ ਸੀ ਵੀ 3 ਟਾਈਮ ਖਾਣੀ ਆ। ਕੱਲ ਤੱਕ ਤੂੰ ਬਿਲਕੁਲ ਠੀਕ ਹੋ ਜਾਣਾ।
ਚਾਚਾ ਕੀ ਕਹਿੰਦੇ ਵਾ ਚਲੋ ਯਾਰ ਆਪੋ ਆਪਣੇ ਘਰਾਂ ਨੂੰ ਨਾਲੇ ਮੇਰੀ ਵੀ ਸਿਹਤ ਅੱਜ ਕੋਈ ਠੀਕ ਨਹੀਂ ਲੱਗਣ ਦੀ ਮੈਨੂੰ ਲੱਗਦਾ ਯਾਰ ਰਾਤ ਦਾ ਬੁਖਾਰ ਹੋ ਗਿਆ ਨਾ ਡਾਕਟਰ ਸਾਹਿਬ ਇਹਨਾਂ ਦਾ ਆਕਸੀਜਨ ਲੈਵਲ ਬਹੁਤ ਘਟ ਗਿਆ ਹੈ ਤੇ ਟੈਂਪਰੇਚਰ ਵੀ ਹੈ ਇਮੀਡੀਏਟਲੀ ਇਹਨਾਂ ਨੂੰ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕਰਾਓ। ਮੈਡਮ ਜੀ ਉਹਨੂੰ ਕਿੱਥੇ ਲੱਗੇ ਜੀ? ਉਹਦੀ ਤਬੀਅਤ ਜ਼ਿਆਦਾ ਖਰਾਬ ਸੀ ਉਹਨੂੰ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕੀਤਾ ਗਿਆ। ਮਤਲਬ ਅਸੀਂ ਮਰੀਜ਼ ਨੂੰ 3 ਭਾਗਾਂ ਵਿੱਚ ਵੰਡਦੇ ਹਾਂ। ਜਦੋਂ ਇਨਫੈਕਸ਼ਨ ਦੀ ਸ਼ੁਰੂਆਤ ਹੁੰਦੀ ਆ ਤਾਂ ਅਸੀਂ ਮਰੀਜ਼ ਨੂੰ ਇੱਥੇ ਰੱਖ ਕੇ ਇਲਾਜ ਕਰਦੇ ਹਾਂ। ਜੇ ਇਨਫੈਕਸ਼ਨ ਜ਼ਿਆਦਾ ਵੱਧ ਜਾਵੇ ਤਾਂ ਅਸੀਂ ਉਸ ਨੂੰ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕਰਦੇ ਹਾਂ। ਜੇ ਉਹ ਉੱਥੇ ਵੀ ਠੀਕ ਨਾ ਹੋਵੇ ਤਾਂ ਅਸੀਂ ਉਹਨੂੰ ਐਕਸਪੀਰੀਅੰਸ ਡਾਕਟਰ ਕੋਲ ਭੇਜਦੇ ਹਾਂ ਤੇ ਉੱਥੇ ਉਹਦਾ ਇਲਾਜ ਕੀਤਾ ਜਾਂਦਾ ਹੈ। ਠੀਕ ਹੋਣ ਤੋਂ ਬਾਅਦ ਉਹਨੂੰ ਘਰ ਭੇਜ ਦਿੱਤਾ ਜਾਂਦਾ ਹੈ। ਪਰ ਠੀਕ ਹੋਣ ਦੇ ਬਾਅਦ ਵੀ ਸਾਡੀ ਟੀਮ ਉਹਦੇ ਨਾਲ ਸੰਪਰਕ ਵਿੱਚ ਰਹਿੰਦੀ ਹੈ, ਜੋ ਸਮੇਂ-ਸਮੇਂ ਸਿਰ ਉਹਦੇ ਨਾਲ ਸੰਪਰਕ ਕਰਦੀ ਹੈ ਤੇ ਉਹਦੀ ਤਬੀਅਤ ਦੀ ਜਾਣਕਾਰੀ ਲੈਂਦੀ ਹੈ। ਤੇ ਬਾਹਰ ਲੋਕੀ ਅਫਵਾਹਾਂ ਢਾਈ ਜਾਂਦੇ ਜੀ। ਉਹ ਜਿੰਨੇ ਮੂੰਹ ਓਨੀਆਂ ਗੱਲਾਂ। ਆ ਮੇਰੀ ਵਾਰੀ ਖੜੋ ਇਹ ਆ ਲੈ ਚਕਾਓ ਸੁੱਖੇ ਨੂੰ ਆ ਲੈ ਫਿਰ ਚਲੋ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੋ। ਤੁਹਾਨੂੰ ਨਹੀਂ ਪਤਾ ਸ਼ਹਿਰ 'ਚ ਕਰੋਨਾ ਫੈਲਿਆ, ਸਰਕਾਰ ਨੇ ਕਰਫਿਊ ਲਗਾ ਰੱਖਿਆ ਕਿ ਤੁਸੀਂ ਟੋਲੇ ਬਣਾ ਕੇ ਮਹਿਫਲਾਂ ਸਜਾਈਆਂ ਨੇ। ਚਲੋ ਆਪਣੇ ਆਪਣੇ ਘਰ। ਉਹ ਤੂੰ ਘਰ ਜਾ, ਤੈਨੂੰ ਨਹੀਂ ਪਤਾ ਸਰਕਾਰ ਕੀ ਕਹਿੰਦੀ ਹੈ ਕਿ ਇਹ ਬਿਮਾਰੀ ਬਜ਼ੁਰਗਾਂ ਨੂੰ ਛੇਤੀ ਫੜਦੀ ਹੈ। ਭਲਾ ਕਿਹੜੀ ਬਿਮਾਰੀ? ਕਰੋਨਾ। ਚਾਚਾ ਸਾਡੇ ਕੋਲ ਤੇ ਕਰੋਨੇ ਦਵਾਈ ਹੈ, 2 ਘੁੱਟ ਮਾਰੀ ਦੀ ਆ ਕਰੋਨਾ ਫੜ। ਜੇ ਕਹੇ ਤੇ 2 ਪੈਗ ਪਵਾ ਦਈਏ। ਉਹ ਕਾਕਾ ਜਵਾਨੀ ਦੇ ਜੋਸ਼ ਨਾਲ ਹੋਸ਼ ਵੀ ਜ਼ਰੂਰੀ ਹੁੰਦਾ ਆ। ਉਹ ਚਾਚਾ ਠੀਕ ਕਹਿੰਦੇ ਵਾ ਚਲੋ ਯਾਰ ਆਪੋ ਆਪਣੇ ਘਰਾਂ ਨੂੰ ਨਾਲੇ ਮੇਰੀ ਵੀ ਸਿਹਤ ਅੱਜ ਕੋਈ ਠੀਕ ਨਹੀਂ ਲੱਗਣ ਦੀ ਉਹ ਮੈਨੂੰ ਲੱਗਦਾ ਯਾਰ ਰਾਤ ਦਾ ਬੁਖਾਰ ਹੋ ਗਿਆ ਮੈਨੂੰ। ਚਲੋ ਮਾਮਾ ਛਾਮਾਂ ਪੈਣ ਵਾਲੀਆਂ ਯਾਰ, ਚਲੋ ਚਲੀਏ ਯਾਰ। ਓਏ ਜੇ ਠੇਕੇ ਬੰਦ ਹੋ ਗਏ ਤੇ ਆਪਾਂ ਨੂੰ ਦਾਰੂ ਨਹੀਂ ਮਿਲਣੀ। ਇਹ ਦਾਰੂ ਨਾ ਮਿਲੀ ਆਪਾਂ ਰਾਤ ਕੰਧਾਂ 'ਚ ਟੱਕਰਾਂ ਮਾਰਾਂਗੇ। ਓਏ ਚੱਲ ਚੱਲ ਯਾਰ ਮੋਟਰਸਾਈਕਲ ਮੋੜ ਦੂੰ। ਓਏ ਯਾਰ ਕਿੱਥੇ ਚੱਲੇ? ਓਏ ਆ ਸਾਂਭੋ ਤੁਸੀਂ ਆਪਣਾ ਯਾਰ ਕਾਲੀ ਖੇਡ ਖਰਾਬ ਸਾਰਾ ਕੰਮ ਸਾਰਾ ਇਕੱਠੇ ਯਾਰ। ਉਹ ਚੰਗਾ ਅਮਲੀਆ ਐਵੇਂ ਰੋਈ ਨਾ ਜਾ। ਉਹ ਅਮਲੀਆ ਟੈਨਸ਼ਨ ਨਹੀਂ ਲੈਣੀ ਹੈਗੇ ਆਪਾਂ। ਜਾਓ ਜਾਓ ਆਗੇ ਆਗੇ ਚੱਲ ਵੀ ਕੀ ਗੱਲ? ਪੱਕੀ ਪੱਕੀ ਚੱਲ ਵੀ ਕਾਕਾ ਅੱਜ ਤੇ ਖੁਦਾ ਦਾ ਵੈਰ ਹੁੰਦਾ ਆ।
ਸਾਰੇ ਸ਼ਹਿਰ 'ਚ ਬਿਮਾਰੀ ਫੈਲੀ ਆ। ਵਾਰਾ ਕਰਦੀਆਂ ਕਰਦੇ ਫਿਰਦੇ ਤੁਸੀਂ, ਤੁਹਾਡੇ ਕੋਲ ਘਰ ਨਹੀਂ ਬੈਠਾ ਜਾਂਦਾ। ਮਾਸਕ ਨਹੀਂ ਪਾਇਆ ਮੂੰਹ ਤੇ, ਮਾਸਕ ਨਹੀਂ ਪਾਇਆ ਤੇ ਰੁਮਾਲ ਹੀ ਬੰਨ ਲਓ। ਘਰ ਨਹੀਂ ਤੁਹਾਡੇ ਕੋਲ ਬੈਠਾ ਜਾਂਦਾ। ਕੱਲ੍ਹ ਨੂੰ ਕੁਛ ਹੋ ਗਿਆ ਤੇ ਕੌਣ ਜ਼ਿੰਮੇਵਾਰ ਆ? ਉਹ ਕੁਝ ਨਹੀਂ ਹੁੰਦਾ ਬਾਪੂ ਜੀ, ਐਵੇਂ ਨਾ ਕਰਿਆ ਕਰੋ। ਆਹ ਜਿਹੜੀ ਬਿਮਾਰੀ ਹੈ ਨਾ, ਕਮਜ਼ੋਰ ਲੋਕਾਂ ਨੂੰ ਫੜਦੀ ਆ, ਸਾਡੇ ਵਰਗਿਆਂ ਨੂੰ ਨਹੀਂ। ਜਾਓ ਜਾ ਕੇ ਸੋ ਜਾਓ। ਉਹ ਸੁੱਖੇ ਤੁਹਾਡੇ ਲਈ ਗੁੱਡ ਨਿਊਜ਼ ਹੈ। ਤੁਹਾਡੀ ਹੁਣ ਟੈਸਟ ਰਿਪੋਰਟ ਨੈਗੇਟਿਵ ਆ ਗਈ ਹੈ ਤੇ ਤੁਸੀਂ ਆਪਣੇ ਘਰੇ ਜਾ ਸਕਦੇ ਹੋ। वेरी गुड आफ्टरनून डॉक्टर, बैठो बैठो। So we have a good news. हाँ जी, Sukha patient, he is negative now. चलो बहुत ਵਧਾਈ ਦੀ ਗੱਲ ਹੈ। ਗੱਡੀ ਤਿਆਰ ਕਰੋ, ਐਂਬੂਲੈਂਸ ਤਿਆਰ ਕਰੋ, ਨਰਸਿਸ ਨੂੰ ਕਹੋ ਨਾਲ ਜਾਣਗੇ, ਤੁਸੀਂ ਇਹਨਾਂ ਨੂੰ ਛੱਡ ਕੇ ਆਉਣਾ ਤੁਸੀਂ ਉਹਨਾਂ ਤੇ ਪਿੰਡ। Sir, as you know ਕਿ ਉਹਨਾਂ ਨੇ ਪਿਛਲੀ ਵਾਰੀ ਕਿੰਨਾ ਓਵਰ ਰਿਐਕਟ ਕੀਤਾ ਸੀਗਾ, ਫਿਰ ਥੋੜਾ ਰਿਸਕੀ ਨਹੀਂ ਹੋ ਜਾਊਗਾ? ਪਰ ਕੋਈ ਗੱਲ ਨਹੀਂ, ਆਪਾਂ ਲੋਕਾਂ ਦਾ ਵਿਸ਼ਵਾਸ ਜਗਾਉਣਾ ਵਾ ਤੇ ਆਪਾਂ ਇਹਨੂੰ ਛੱਡ ਕੇ, ਮੈਂ ਵੀ ਨਾਲ ਚੱਲਦਾ ਤੁਹਾਡੇ ਨਾਲੇ। ਮੈਂ ਡੀ ਸਾਹਿਬ ਨਾਲ ਗੱਲ ਕਰਦਾ ਕਿ ਸਾਨੂੰ ਸਿਕਿਉਰਿਟੀ ਉੱਥੇ ਪ੍ਰੋਵਾਈਡ ਕਰੋ ਤਾਂ ਜੋ ਅਸੀਂ ਇਹਨਾਂ ਨੂੰ ਇਹਨੂੰ ਛੱਡ ਕੇ ਆ ਸਕੀਏ। ਤੇ ਤੁਸੀਂ ਆਪਣੀ ਗੱਡੀ ਤਿਆਰ ਕਰੋ, ਐਂਬੂਲੈਂਸ ਤਿਆਰ ਕਰੋ, ਮੈਂ ਹੁਣੇ ਡੀ ਸਾਹਿਬ ਨਾਲ ਗੱਲ ਕਰਦਾ। ਸਰ, ਉਹ ਸੁੱਖਾ ਪੇਸ਼ੈਂਟ ਜਿਹੜਾ ਝਬਾਲ ਵਾਲਾ ਸੀ ਉਹ ਨੈਗੇਟਿਵ ਹੋ ਗਿਆ ਤੇ ਤੁਹਾਨੂੰ ਪਤਾ ਪਿਛਲੀ ਵਾਰੀ ਜਦੋਂ ਸੈਂਪਲਿੰਗ ਵਾਸਤੇ ਗਏ ਹਾਂ ਤੇ ਉਹਨਾਂ ਨੇ ਕਾਫੀ ਓਵਰ ਰਿਐਕਟ ਕੀਤਾ ਸੀ। ਸੋ ਸਾਨੂੰ ਹੁਣ ਅਸੀਂ ਸਾਰੇ ਜਣੇ ਉੱਥੇ ਜਾ ਰਹੇ ਹਾਂ ਜੀ, ਸਾਨੂੰ ਥੋੜੀ ਸਿਕਿਉਰਿਟੀ ਦੀ ਲੋੜ ਆ ਉੱਥੇ। ਮੈਂ ਔਰ ਐਸਐਸਪੀ ਸਾਹਿਬ ਫੀਲਡ ਦੇ ਵਿੱਚ ਹੀ ਆ, ਅਸੀਂ ਆਉਨੇ ਆ ਉੱਥੇ। ਰਾਈਟ ਸਰ, ਰਾਈਟ ਸਰ। ਤੁਸੀਂ ਚਿੰਤਾ ਨਾ ਕਰੋ, ਪਿੰਡ ਵਾਲੇ ਆਪਣੇ ਹੀ ਨੇ, ਆਪਾਂ ਸਮਝਾ ਲਾਂਗੇ, ਅਸੀਂ ਆਉਨੇ। ਥੈਂਕ ਯੂ ਸਰ, ਥੈਂਕ ਯੂ ਜੀ। ਕੀ ਹਾਲ ਹੁਣ ਸੁੱਖਿਆ ਤੇਰਾ? ਬਿਲਕੁਲ ਠੀਕ ਹੋ ਗਿਆ? ਸ਼ੁਕਰ ਹੈ ਰੱਬ ਦਾ, ਤੂੰ ਸੁੱਖੀ ਸਾਦੀ ਘਰ ਆ ਗਿਆ। ਸਾਨੂੰ ਤਾਂ ਸਾਰੇ ਪਿੰਡ ਨੂੰ ਤੇਰੀ ਬਹੁਤ ਫਿਕਰ ਹੋ ਰਹੀ ਸੀ। ਫਿਕਰ ਤਾਂ ਠੀਕ ਹੈ ਚਾਚਾ, ਪਰ ਮੈਨੂੰ ਲੱਗਦਾ ਪਿੰਡ ਵਾਲਿਆਂ ਨੂੰ ਹਜੇ ਤੱਕ ਸਮਝ ਨਹੀਂ ਆਈ ਕਿ ਜਿਹੜੀ ਇਹ ਬਿਮਾਰੀ ਆ ਕਿਸੇ ਦੀ ਸਕੀ ਨਹੀਂ ਹੈਗੀ। ਇਹ ਉਮਰ ਵੇਖ ਕੇ ਨਹੀਂ ਲੱਗਦੀ। ਪਰ ਤੁਸੀਂ ਲੋਕ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਹੀਂ ਚੱਲ ਰਹੇ। ਬੜੀ ਅਫਸੋਸ ਦੀ ਗੱਲ ਹੈ। ਮੈਂ ਵੀ ਇਹੀ ਗਲਤੀ ਕੀਤੀ ਸੀ, ਇਸੇ ਕਰਕੇ ਮੈਂ ਪੋਜ਼ਿਟਿਵ ਆ ਗਿਆ ਤੇ ਮੈਨੂੰ 17 ਦਿਨ ਹਸਪੀਟਲ ਗੁਜ਼ਾਰਨੇ ਪਏ। ਮੈਂ ਤਾਂ ਸੁਣਿਆ ਵਾ ਹਸਪਤਾਲ 'ਚ ਬੰਦੇ ਨੂੰ ਇੱਕ ਕਮਰੇ ਡੱਕ ਦਿੰਦੇ ਨੇ, ਬਾਅਦ 'ਚ ਪੁੱਛਦੇ ਵੀ ਨਹੀਂ ਆ। ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਤੁਸੀਂ ਪਿੰਡ ਵਾਲੇ ਕਿੰਨੀਆਂ ਫਾਵਾਂ ਡਾ ਦਿੰਦੇ ਹੋ। ਕਿਤੇ ਜਾ ਕੇ ਦੇਖੋ ਤੁਸੀਂ ਕਿ ਉਹਨਾਂ ਦੇ ਰੂਮ ਕਿੰਨੇ ਸਾਫ਼ ਨੇ ਤੇ ਡਾਕਟਰ ਕਿਸ ਤਰ੍ਹਾਂ ਇਲਾਜ ਕਰਦੇ ਨੇ। ਸੋ ਭਰਾਵੋ, ਜ਼ਿੰਦਗੀ ਬਹੁਤ ਕੀਮਤੀ ਹੈ ਸਾਡੇ ਲਈ ਤਾਂ ਸਾਡੇ ਪਰਿਵਾਰ ਲਈ। ਜਰਾ ਸੋਚ ਕੇ ਦੇਖੋ ਕਿੰਨੀਆਂ ਕੀਮਤੀ ਜਾਨਾਂ ਹੈ ਜਦੋਂ ਸਾਡੇ ਨਾਲ ਦੇ ਹੀ ਸਾਡੀਆਂ ਅੱਖਾਂ ਸਾਹਮਣੇ ਦਮ ਤੋੜਦੇ ਨੇ। ਤਾਂ ਭਰਾਵੋ, ਫਿਰ ਪਤਾ ਲੱਗਦਾ ਹੈ ਕਿ ਜ਼ਿੰਦਗੀ ਕਿੰਨੀ ਕੀਮਤੀ ਹੈ। ਤੇ ਸਰਕਾਰ ਇਸ ਦੀ ਦਵਾਈ ਕਿਉਂ ਨਹੀਂ ਬਣਾ ਰਹੀ? ਵੋਟਾਂ ਮੰਗ ਲਈ ਤਾਂ ਬੜੀ ਛੇਤੀ ਆ ਜਾਂਦੇ ਹੋ। ਸਰਕਾਰ ਤਾਂ ਤੁਹਾਡੇ ਲਈ ਬਹੁਤ ਕੁਝ ਕਰ ਰਹੀ ਹੈ, ਪਰ ਜੇਕਰ ਤੁਸੀਂ ਸਮਝਣ ਵਾਲੇ ਹੋ ਤਾਂ ਸਰਕਾਰ ਨੇ ਤਾਂ ਕਹਿ ਵੀ ਦਿੱਤਾ ਹੈ ਕਿ ਹਜੇ ਤੱਕ ਇਸ ਦੀ ਦਵਾਈ ਨਹੀਂ ਬਣੀ, ਪਰ ਆਪਾਂ ਲੋਕ ਨਾ ਸਮਝ ਫਿਰ ਵੀ ਘਰਾਂ ਤੋਂ ਇਸ ਤਰ੍ਹਾਂ ਬਾਹਰ ਆ ਰਹੇ ਹਾਂ ਜਿਸ ਤਰ੍ਹਾਂ ਕੁਝ ਹੋਇਆ ਹੀ ਨਹੀਂ, ਜਿਸ ਤਰ੍ਹਾਂ ਕੋਈ ਬਿਮਾਰੀ ਨਹੀਂ ਹੈਗੀ। ਬਾਹਰ ਜਾ ਕੇ ਦੇਖੋ ਕਿ ਕਰੋਨਾ ਨਾਲ ਲੋਕਾਂ ਦਾ ਕੀ ਹਾਲ ਹੋ ਰਿਹਾ ਵਾ। ਆਪਾਂ ਵੀਰੋ ਖੁਦ ਹੀ ਇਸ ਬਿਮਾਰੀ ਤੋਂ ਬਚਣਾ ਹੈ। ਜੇਕਰ ਆਪਾਂ ਖੁਦ ਆਪਣਾ ਖਿਆਲ ਰੱਖਾਂਗੇ ਤਾਂ ਆਪਣੇ ਪਰਿਵਾਰ ਨੂੰ ਬਚਾ ਸਕਾਂਗੇ। ਮੇਰੀ ਤੁਹਾਡੇ ਅੱਗੇ ਇਹੀ ਗੁਜ਼ਾਰਿਸ਼ ਹੈ ਕਿ ਆਪਾਂ ਆਪਣੇ ਪਰਿਵਾਰ ਨੂੰ ਇਸ ਬਿਮਾਰੀ ਤੋਂ ਬਚਾਓ। ਵੀਰੋ ਤੁਹਾਨੂੰ ਪਤਾ ਹੈ ਇਹ ਸਾਰਾ ਕੁਝ ਕਿਉਂ ਕਰ ਰਹੇ ਹਾਂ? ਤੁਹਾਨੂੰ ਤਾਂ ਸਰਕਾਰਾਂ ਨੇ ਐਵੇਂ ਪੁੱਠੇ ਕੰਮੀ ਲਾ ਰੱਖਿਆ।
ਸਰਕਾਰ ਨੇ ਐਵੇਂ ਪੁੱਠੇ ਕੰਮੀ ਨਹੀਂ ਲਾਇਆ, ਇੰਨੇ ਬੰਦੇ ਇਹਦੇ 'ਚ ਲੱਗੇ ਆ, ਇੰਨੇ ਡਾਕਟਰ, ਇੰਨੀਆਂ ਨਰਸਾਂ, ਇੰਨੇ ਲੈਬ ਟੈਕਨੀਸ਼ੀਅਨ, ਫਾਰਮਾਸਿਸਟ, ਕਿ ਲੋਕਾਂ ਦੀ ਜਾਨ ਨੂੰ ਬਚਾਇਆ ਜਾ ਸਕੇ। ਇਹ ਨਹੀਂ ਆ ਕਿ ਇਹ ਐਵੇਂ ਲੱਗਾ, ਨਾ ਹੀ ਇਹ ਕੋਈ ਆਮ ਲੋਕੀ ਸਮਝਦੇ ਕਿ ਜਿਵੇਂ ਕੋਈ ਨਜ਼ਲਾ ਜ਼ੁਕਾਮ ਲੱਗਾ ਆਪੇ ਹੀ ਠੀਕ ਹੋ ਜਾਊਗਾ। ਇਹ ਆਪ ਠੀਕ ਹੋਣ ਵਾਲਾ ਨਹੀਂ ਆ। ਇਹਦੇ ਵਾਸਤੇ ਡਾਕਟਰਾਂ ਦੀ ਪੂਰੀਆਂ ਟੀਮਾਂ ਲੱਗੀਆਂ। ਇਹਦੀ ਘਾਤਕਤਾ ਨੂੰ ਤੁਸੀਂ ਇਸ ਗੱਲ ਤੇ ਸਮਝ ਸਕਦੇ ਜੇ ਕਿ ਥੋੜੀ ਜਿਹੀ ਵੀ ਗੰਭੀਰਤਾ ਨਾਲ ਨਾ ਲਿਆ ਤੇ ਬੰਦਾ ਉਸ ਸਟੇਜ 'ਚ ਪਹੁੰਚ ਜਾਂਦਾ ਜਿੱਥੋਂ ਵਾਪਸ ਨਹੀਂ ਆ ਸਕਦਾ। ਹੁਣ ਤੁਹਾਡੇ ਪਿੰਡ ਦਾ ਆਪਣਾ ਇੱਕ ਮੁੰਡਾ ਕਰੋਨਾ ਦੇ ਨਾਲ ਪੀੜਤ ਹੀਗਾ, ਉਹਨੂੰ ਹਸਪਤਾਲ ਖੜਿਆ ਗਿਆ, ਉਹਦਾ ਇਲਾਜ ਕਰਾਇਆ ਗਿਆ, ਉਹ ਹੁਣ ਠੀਕ ਹੋ ਕੇ ਵਾਪਸ ਆ ਗਿਆ ਹੈ। ਹਾਂ ਤੇ ਕੀ ਹੋ ਗਿਆ? ਦੇਖੋ ਜੇ ਇਹ ਪੀੜਤ ਹੀ ਤੇ ਇਹਨੇ ਕਈਆਂ ਨਾਲ ਹੱਥ ਮਿਲਾਇਆ ਹੋਊਗਾ। ਇਹ ਬਿਮਾਰੀ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਫੈਲਦੀ ਹੈ। ਅਸੀਂ ਇਹ ਕਹਿਣਾ ਵੀ ਕੀ ਹੋ ਗਿਆ, ਇਹ ਆਪਣੀ ਮੂਰਖਤਾ ਦੀ ਇਹੀ ਨਿਸ਼ਾਨੀ ਦੱਸਣ ਦੇ ਆ ਕਿ ਜੇ ਇਹ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਫੈਲਦੀ ਪਈ ਆ ਤੇ ਇੱਕ ਤੋਂ ਦੂਜੇ ਤੋਂ ਚੌਥੇ ਤੋਂ ਪੰਜਵੇਂ ਇਹ ਬਹੁਤ ਹੀ ਐਕਸਪੋਨੈਂਸ਼ੀਅਲੀ ਗਰੋ ਕਰਦੀ ਹੈ। ਤੇ ਜੇ ਇਹ ਇਸੇ ਤਰ੍ਹਾਂ ਗਰੋ ਕਰਦੀ ਰਹੀ, ਇੱਕ ਦਿਨ ਇਹੋ ਜਿਹਾ ਆਊਗਾ ਕਿ ਅਸੀਂ ਸਾਰੇ ਹੀ ਇਹਦੇ ਪੀੜਤ ਹੋ ਜਾਾਂਗੇ। ਸੋ ਇਹ ਜਿੰਨਾ ਚਿਰ ਅਸੀਂ ਇਹਨੂੰ ਇੱਥੇ ਨਹੀਂ ਨੱਪਦੇ, ਅਸੀਂ ਉਸ ਬਿਮਾਰੀ ਤੇ ਠੱਲ ਨਹੀਂ ਪਾ ਸਕਦੇ। ਸੋ ਤੁਹਾਨੂੰ ਸਾਰਿਆਂ ਨੂੰ ਮੇਰੀ ਇੱਕੋ ਬੇਨਤੀ ਹੈ ਕਿ ਸੈਂਪਲਿੰਗ ਕਰਾਓ। ਜਿਹੜਾ ਵੀ ਬੰਦਾ ਕੋਈ ਪੋਜ਼ਿਟਿਵ ਆਉਂਦਾ ਵਾ ਉਹ ਆਪਣਾ ਹੋਮ ਆਈਸੋਲੇਸ਼ਨ ਹਸਪਤਾਲ 'ਚ ਜਾਵੇ, ਸਾਡੇ ਕੋਲ ਉੱਥੇ ਕੋਵਿਡ ਕੇਅਰ ਦੇ ਵਿੱਚ ਰਵੇ, ਤਾਂ ਜੋ ਉਹ ਉਸ ਬਿਮਾਰੀ ਤੋਂ ਨੈਗੇਟਿਵ ਹੋਣ ਤੋਂ ਬਾਅਦ ਉਹ ਆਪਣੇ ਪਰਿਵਾਰ 'ਚ ਰਵੇ ਤੇ ਸੁੱਖੀ ਸਾਂਦੀ ਰਵੇ। ਸੋ ਇਹ ਕਹਿਣਾ ਇਹ ਅਣਗਹਿਲੀ ਦਾ ਵੀ ਨਿਸ਼ਾਨੀ ਹੈ ਤੁਹਾਡੀ ਕਿ ਸਾਨੂੰ ਕੀ ਹੋ ਗਿਆ, ਤੇ ਇਹਦੇ ਨਾਲ ਮੂਰਖਤਾਈ ਵੀ ਹੈ ਕਿ ਅਸੀਂ ਇਹਦੀ ਗੰਭੀਰਤਾ ਨੂੰ ਨਹੀਂ ਮਹਿਸੂਸ ਕਰਨ ਦੇ। ਸੋ ਸਾਰਿਆਂ ਨੂੰ ਬੇਨਤੀ ਆ ਕਿ ਸੈਂਪਲਿੰਗ ਜਿਹੜੀ ਆ ਉਹ ਕਰਵਾਓ। ਤੇ ਵੇਖੋ ਆ ਮੁੰਡਾ, ਹੁਣ ਇਹਨੇ ਸੈਂਪਲਿੰਗ ਕਰਾਈ ਸੀ, ਕਰਾਉਣ ਤੋਂ ਬਾਅਦ ਉੱਥੇ 17 ਦਿਨ ਰਿਹਾ, ਨੈਗੇਟਿਵ ਹੋਇਆ, ਹੁਣ ਇਹਦਾ ਪਰਿਵਾਰ ਸਿਕਿਉਰ ਆ। ਤੇ ਜੇ ਇਹੋ ਹੀ ਅਣਗਹਿਲੀ ਇਹ ਕਰਦਾ ਤੇ ਇਸ ਪਰਿਵਾਰ ਨੇ ਵੀ ਇਫੈਕਟ ਹੋਣਾ ਸੀ ਤੇ ਜਿਨ੍ਹਾਂ ਨੂੰ ਗਾਂ ਮਿਲਦਾ ਉਹ ਵੀ ਨਾਲ ਇਫੈਕਟ ਹੋਣਾ ਸੀ। ਸੋ ਇਹ ਇੱਕ ਉਦਾਹਰਨ ਹੈ ਤੁਹਾਡੇ ਕੋਲ ਕਿ ਤੁਹਾਡੀ ਸੈਂਪਲਿੰਗ ਜ਼ਰੂਰੀ ਆ ਤੇ ਤੁਸੀਂ ਇਹ ਸਾਰੇ ਦਾ ਸਾਰਾ ਜਿਹੜਾ ਇੱਕ ਉਪਰਾਲਾ ਵਾ ਸਰਕਾਰ ਦਾ, ਸੋ ਸਾਰੇ ਇਹ 'ਚ ਸਾਥ ਦਿਓ। ਭਰਾਵੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਸਾਰੇ ਪਰਿਵਾਰ ਦੇ ਸੈਂਪਲ ਜਿਹੜੇ ਉਹ ਸਾਰੇ ਕਰਵਾਓ ਤਾਂ ਜੋ ਤੁਸੀਂ ਸਾਰੇ ਸੁਰੱਖਿਅਤ ਰਹਿ ਸਕੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡੇ ਹੀ ਪਿੰਡ ਦਾ ਇਹ ਮੁੰਡਾ ਸੁੱਖਾ, ਇਹ ਪੋਜ਼ਿਟਿਵ ਆ ਗਿਆ ਸੀ, ਇਹ ਹਸਪਤਾਲ ਗਿਆ, ਇਹਦਾ ਉੱਥੇ ਇਲਾਜ ਹੋਇਆ। ਇਹਨੇ ਤੁਹਾਨੂੰ ਦੱਸਿਆ ਹੀ ਹੋਣਾ ਕਿ ਉੱਥੇ ਕਿਵੇਂ ਫੈਸਿਲਿਟੀਜ਼ ਹੈਗੀਆਂ ਨੇ। ਹੁਣ ਇਹ ਠੀਕ ਹੋ ਕੇ ਤੁਹਾਡੇ ਵਿਚਾਲੇ ਆ ਗਿਆ। ਇਸੇ ਤਰੀਕੇ ਨਾਲ ਤੁਸੀਂ ਸਾਰੇ ਜਾਣੇ ਵੀ ਆਪਣੇ ਆਪਣੇ ਸੈਂਪਲਸ ਦਿਓ ਤਾਂ ਕਿ ਆਪਾਂ ਸਾਰਿਆਂ ਦੀ ਹਿਫਾਜ਼ਤ ਕਰ ਸਕੀਏ। ਜੇ ਇਹ ਸੁੱਖਾ ਸੈਂਪਲ ਨਾ ਦਿੰਦਾ ਤਾਂ ਆਪਾਂ ਨੂੰ ਕਿਸੇ ਨੂੰ ਪਤਾ ਨਹੀਂ ਸੀ ਲੱਗਣਾ ਕਿ ਇਹ ਪੋਜ਼ਿਟਿਵ ਹੈ। ਇਸੇ ਤਰੀਕੇ ਨਾਲ ਜੇ ਕੋਈ ਹੋਰ ਆਪਣੇ ਚੋਂ ਪੋਜ਼ਿਟਿਵ ਹੋਇਆ ਤਾਂ ਉਹਦਾ ਵੀ ਪਤਾ ਨਹੀਂ ਲੱਗਣਾ, ਬਿਮਾਰੀ ਅੱਗੇ ਦੀ ਅੱਗੇ ਫੈਲਦੀ ਜਾਊਗੀ। ਇਸ ਕਰਕੇ ਆਪਾਂ ਹੁਣੇ ਤੋਂ ਉਹਨਾਂ ਦੀ ਪਛਾਣ ਕਰੀਏ, ਫਿਰ ਉਹਦਾ ਆਪਾਂ ਸਮੇਂ ਸਿਰ ਇਲਾਜ ਕਰ ਸਕੀਏ। ਜਿਸ ਤਰ੍ਹਾਂ ਡੀਸੀ ਸਾਹਿਬ ਨੇ ਤੁਹਾਨੂੰ ਰਿਕੁਐਸਟ ਕੀਤੀ ਹੈ, ਮੇਰੀ ਵੀ ਤੁਹਾਨੂੰ ਇੱਕ ਬੇਨਤੀ ਹੈ, ਜਿਸ ਤਰ੍ਹਾਂ ਤੁਹਾਡੇ ਪਿੰਡ ਦਾ ਹੀ ਸੁੱਖਾ ਠੀਕ ਹੋ ਕੇ ਆਇਆ ਹੈ, ਕੋਰੋਨਾ ਤੋਂ ਪੋਜ਼ਿਟਿਵ ਤੋਂ ਨੈਗੇਟਿਵ ਹੋ ਕੇ ਆਇਆ ਹੈ, ਇਹਦੇ ਪਲਾਜ਼ਮਾ ਦੀ ਹੈਲਪ ਨਾਲ ਅਸੀਂ ਹੋਰ ਕਈ ਜਾਂ ਬਚਾ ਸਕਦੇ ਹਾਂ। ਤਾਂ ਸਾਨੂੰ ਸਹਿਯੋਗ ਕਰੋ, ਐਡਮਿਨਿਸਟ੍ਰੇਸ਼ਨ ਨੂੰ ਸਹਿਯੋਗ ਕਰੋ, ਆਓ ਸਾਡਾ ਸਾਥ ਦਿਓ ਤਾਂ ਕਿ ਆਪਾਂ ਸਾਰਿਆਂ ਦੀ ਹਿਫਾਜ਼ਤ ਕਰ ਸਕੀਏ। ਲਿਆਓ ਮੇਰਾ ਕਰਾਓ ਟੈਸਟ, ਮੈਨੂੰ ਤਾਂ ਆਪਣੇ ਟੱਬਰ ਨਾਲ ਬਹੁਤ ਪਿਆਰ ਆ, ਹੋਰ ਕਿਸੇ ਨੂੰ ਹੋਵੇ ਨਾ ਹੋਵੇ। ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਮਾਸਕ ਪਾਈ ਜਾਣ। ਸਾਨੂੰ ਪਿੰਡ ਵੱਲੋਂ ਮੈਂ ਬੇਨਤੀ ਕਰਦਾ ਕਿ ਸਾਨੂੰ ਅਹਿਸਾਸ ਹੋ ਗਿਆ ਅਸੀਂ ਕਿੰਨੀ ਵੱਡੀ ਗਲਤੀ ਕੀਤੀ ਆ ਕਰੋਨਾ ਦਾ ਟੈਸਟ ਨਾ ਕਰਵਾ ਕੇ। ਹੁਣ ਅਸੀਂ ਸਾਰੇ ਪਿੰਡ ਵਾਲੇ ਟੈਸਟ ਕਰਾਉਣ ਵਾਸਤੇ ਵੀ ਤਿਆਰ ਆ ਔਰ ਅਸੀਂ ਦੂਸਰੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਤੇ ਪ੍ਰੇਰਿਤ ਕਰਾਂਗੇ ਕਿ ਉਹ ਵੀ ਟੈਸਟ ਕਰਾਉਣ ਤਾਂ ਕਿ ਬਹੁਤ ਸਾਰੀਆਂ ਜਾਨਾਂ ਬਚਾ ਸਕਣ। ਅਸੀਂ ਪ੍ਰਸ਼ਾਸਨ ਦਾ ਹਰ ਪੱਖੋਂ ਸਹਿਯੋਗ ਦੇਣ ਵਾਸਤੇ ਤਿਆਰ ਆ ਜੀ। ਬਹੁਤ ਬਹੁਤ ਧੰਨਵਾਦ ਜੀ ਆਪ ਸਾਰਿਆਂ ਦਾ। ਸਤਿ ਸ੍ਰੀ ਅਕਾਲ।